ਸਤਿ ਸ਼੍ਰੀ ਅਕਾਲ ਸਾਥੀਓ, ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਕਲਟੀਵੇਸ਼ਨ ਆਫ ਮਾਈਂਡ 'ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ 4th। ਚੈਪਟਰ ਸਾਡਾ ਚੱਲ ਰਿਹਾ ਹੈ ਲਿਮਿਟ ਐਂਡ ਕੰਟੀਨਿਊਟੀ। 4th ਲੈਕਚਰ ਦੇ ਵਿੱਚ ਅਸੀਂ ਪੜ੍ਹਾਂਗੇ ਕੰਸੈਪਟ ਆਫ ਡਿਫਰੈਂਸ ਬਿਟਵੀਨ ਲਿਮਿਟ ਐਂਡ ਵੈਲਿਊ ਆਫ ਅ ਫੰਕਸ਼ਨ ਐਟ ਅ ਪੁਆਇੰਟ। ਵੈਸੇ ਤਾਂ ਇਹ ਪਲੱਸ 2 ਦਾ ਟੌਪਿਕ ਹੈ, ਲੇਕਿਨ ਬਹੁਤ ਸਾਰੇ ਬੱਚਿਆਂ ਦੇ ਮਾਈਂਡ ਦੇ ਵਿੱਚ ਮਿਸਕਨਸੈਪਟ ਬਣ ਜਾਂਦਾ ਹੈ ਕਿ ਕਿਸੇ ਵੀ ਫੰਕਸ਼ਨ ਦੀ ਜਿਹੜੀ ਲਿਮਿਟ ਹੈ ਅਤੇ ਉਹਦੀ ਜਿਹੜੀ ਫੰਕਸ਼ਨ ਦੀ ਵੈਲਿਊ ਹੈ ਉਹ ਦੋਨੇ ਸੇਮ ਨੇ ਜਾਂ ਡਿਫਰੈਂਟ ਨੇ। ਬਹੁਤ ਬੜੀਆਂ ਗਲਤੀਆਂ ਕਰਦੇ ਨੇ ਬੱਚੇ। ਅਗਰ ਤੁਸੀਂ ਗੱਲ ਕਰੋ, ਤੁਸੀਂ ਵੀ ਸ਼ਾਇਦ ਜਿਹੜਾ ਹੈ ਪਲੱਸ 2 ਦੇ ਵਿੱਚ ਕਨਫਿਊਜ਼ ਰਹੇ ਹੋਵੋਗੇ ਕਿ ਫੰਕਸ਼ਨ ਦੀ ਜਿਹੜੀ ਲਿਮਿਟ ਹੈ ਅਸੀਂ ਉਸ ਨੂੰ ਫਾਈਂਡ ਆਊਟ ਕਰਦੇ ਹਾਂ ਅਤੇ ਜਿਹੜੀ ਫੰਕਸ਼ਨ ਦੀ ਵੈਲਿਊ ਹੈ ਉਹ ਤਾਂ ਸੇਮ ਆ ਰਹੀਆਂ ਨੇ, ਤਾਂ ਫਿਰ ਸਾਨੂੰ ਦੋਨਾਂ ਨੂੰ ਅਲੱਗ-ਅਲੱਗ ਫਾਈਂਡ ਆਊਟ ਕਰਨ ਦਾ ਕੀ ਬੈਨੀਫਿਟ ਹੋਇਆ। ਐਗਜ਼ਾਮਪਲ ਦੇ ਕੇ ਸਮਝਾਉਣਾ। ਸਪੋਜ਼ ਤੁਹਾਡੇ ਕੋਲ ਫੰਕਸ਼ਨ ਦੇ ਰੱਖਿਆ ਹੈ ਐਕਸ ਸਕੇਅਰ ਐਟ x = 2। ਹੁਣ ਤੁਸੀਂ ਇਸ ਦੀ ਜਦੋਂ ਵੈਲਿਊ ਫਾਈਂਡ ਆਊਟ ਕਰੋਗੇ ਤਾਂ ਤੁਹਾਡੇ ਕੋਲ f(2) ਬਰਾਬਰ ਆ ਜਾਊਗਾ 4 ਦੇ, ਹੈ ਨਾ। ਜਦੋਂ ਅਸੀਂ ਇਸ ਦੀ ਲਿਮਿਟ ਫਾਈਂਡ ਆਊਟ ਕਰਨੀ ਹੈ ਤਾਂ ਅਸੀਂ ਇਸ ਨੂੰ ਲਿਖਾਂਗੇ ਲਿਮਿਟ x ਅਪਰੋਚਿਸ ਟੂ 2 f(x), ਅਤੇ ਅਸੀਂ ਇਹਨੂੰ ਲਿਖ ਸਕਦੇ ਹਾਂ ਲਿਮਿਟ x ਅਪਰੋਚਿਸ ਟੂ 2 x ਸਕੇਅਰ। ਅਤੇ ਸਾਨੂੰ ਪਤਾ ਇੱਥੇ ਰੂਲ ਨੰਬਰ 2 ਲਾਗੂ ਹੋਊਗਾ। ਰੂਲ ਨੰਬਰ 2 ਜਿਹੜਾ ਮੈਂ ਲਾਸਟ ਵੀਡੀਓਜ਼ ਦੇ ਵਿੱਚ ਸਮਝਾਇਆ ਸੀ, ਜਿਸ ਤੋਂ ਬਿਨਾਂ ਇਹ ਚੈਪਟਰ ਜਿਹੜਾ ਹੋ ਹੀ ਨਹੀਂ ਪਾਉਣਾ। ਅਤੇ ਅਗਰ ਤੁਹਾਨੂੰ ਰੂਲ ਨੰਬਰ 2 ਨਹੀਂ ਪਤਾ ਤਾਂ ਤੁਸੀਂ ਰਾਜੇ ਇਹ ਵੀਡੀਓ ਨੂੰ ਹੁਣੀ ਸਕਿਪ ਕਰਕੇ ਪਹਿਲਾਂ ਰੂਲ ਨੰਬਰ 2 ਵਾਲੀ ਵੀਡੀਓ ਲੈਕਚਰ 2 ਅਤੇ ਲੈਕਚਰ 3 ਨੂੰ ਜ਼ਰੂਰ ਜਾ ਕੇ ਦੇਖੋ। ਤਾਂ ਪਿਛਲੇ ਜਿਹੜੇ ਲੈਕਚਰਸ ਨੇ ਉਹਨਾਂ ਨਾਲ ਤੁਹਾਡਾ ਬੇਸ ਤਿਆਰ ਹੁੰਦਾ, MCQs ਤਿਆਰ ਹੁੰਦੇ ਨੇ। ਤਾਂ ਪਹਿਲਾਂ ਉਹਨਾਂ ਵੀਡੀਓਜ਼ ਨੂੰ ਜਾ ਕੇ ਦੇਖੋ, ਫਿਰ ਜਿਹੜੀ ਹੈ ਇਹ ਡਿਫਰੈਂਸ ਬਿਟਵੀਨ ਲਿਮਿਟ ਐਂਡ ਵੈਲਿਊ ਵਾਲੀ ਵੀਡੀਓ ਨੂੰ ਦੇਖੋ। ਤਾਂ ਸਾਡੇ ਕੋਲ ਇੱਥੇ ਰਾਜੇ ਕਿੰਨਾ ਆ ਜਾਊਗਾ? 4 ਆ ਜਾਊਗਾ। ਰੂਲ ਨੰਬਰ 2 ਦਾ ਯੂਜ਼ ਕਰਕੇ ਮੈਂ ਲਿਖਤਾ। ਤਾਂ ਇਸ ਕੇਸ ਦੇ ਵਿੱਚ ਵੈਲਿਊ ਅਤੇ ਫੰਕਸ਼ਨ ਦੀ ਲਿਮਿਟ ਦੋਨੇ ਸੇਮ ਆ ਰਹੇ ਨੇ। ਇੱਥੇ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਬੱਚਿਆਂ ਦੇ ਮਨ ਦੇ ਵਿੱਚ ਕਿ ਸਾਡੇ ਕੋਲ ਤਾਂ ਵੈਲਿਊ ਅਤੇ ਲਿਮਿਟ ਸੇਮ ਹੀ ਹੁੰਦੇ ਨੇ, ਤਾਂ ਸਾਨੂੰ ਅਲੱਗ-ਅਲੱਗ ਕਿਉਂ ਫਾਈਂਡ ਆਊਟ ਕਰਨ ਦੀ ਜ਼ਰੂਰਤ ਪਈ ਹੈ। ਇਹ ਕੰਸੈਪਟ ਨੂੰ ਹੀ ਕਲੀਅਰ ਕਰਨ, ਇਹ ਮਿਸਕਨਸੈਪਟ ਨੂੰ ਹੀ ਕਲੀਅਰ ਕਰਨ ਲਈ ਰਾਜੇ ਮੈਂ ਜਿਹੜਾ ਆਪਣਾ ਅੱਜ ਦਾ ਲੈਕਚਰ ਬਣਾਇਆ ਹੈਗਾ, ਬੜਾ ਇੰਪੋਰਟੈਂਟ ਹੈ। ਤਾਂ ਹੁਣ ਗੱਲ ਕਰੀਏ ਆਪਣੇ ਕੋਲ ਡੈਫੀਨੇਸ਼ਨ ਦੀ, ਜਾਂ ਫਿਰ ਆਪਾਂ ਗੱਲ ਕਰੀਏ ਬੇਸਿਕ ਜਿਹੜੀ ਥਿਊਰੀ 2 ਲਾਈਨਾਂ ਦੀ ਲਿਖੀ ਹੈ ਮੈਂ। ਤਾਂ ਉਹਦੇ ਵਿੱਚ ਸਾਨੂੰ ਕਿਹਾ ਗਿਆ ਦ ਵੈਲਿਊ ਆਫ ਅ ਫੰਕਸ਼ਨ f(x) ਐਟ x = a ਇਜ਼ ਓਬਟੇਨਡ ਬਾਈ ਸਬਸਟੀਟਿਊਟਿੰਗ x = a। ਕਹਿੰਦੇ ਜਦੋਂ ਅਸੀਂ ਕਿਸੇ ਫੰਕਸ਼ਨ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਐਟ x = a ਪੁਆਇੰਟ ਦੇ ਉੱਪਰ, ਤਾਂ ਤੁਸੀਂ ਕੁਝ ਨਹੀਂ ਕਰਨਾ। x ਦੀ ਜਗ੍ਹਾ 'ਤੇ ਡਾਇਰੈਕਟ ਸ਼ਬਦ ਮੈਂ ਯੂਜ਼ ਕੀਤਾ, x ਦੀ ਜਗ੍ਹਾ 'ਤੇ ਡਾਇਰੈਕਟ ਪੁੱਟ ਕਰ ਦਿਓ a ਨੂੰ, ਤਾਂ ਤੁਹਾਡੇ ਕੋਲ ਫੰਕਸ਼ਨ ਦੀ ਵੈਲਿਊ ਆ ਜਾਊਗੀ। ਇਹ ਤਾਂ ਗੱਲ ਸੀਗੀ ਵੈਲਿਊ ਦੀ। ਅਤੇ ਹੁਣ ਗੱਲ ਕਰੀਏ ਲਿਮਿਟ ਕੀ ਹੁੰਦੀ ਹੈ। ਐਂਡ ਲਿਮਿਟ ਆਫ ਅ ਫੰਕਸ਼ਨ ਇਜ਼ ਦਾ ਵੈਲਿਊ ਟੂ ਵਿਚ ਦਾ ਫੰਕਸ਼ਨ ਅਪਰੋਚਿਸ ਐਜ਼ x ਟੈਂਡਸ ਟੂ a। ਤਾਂ ਕਹਿੰਦਾ ਜੀ ਲਿਮਿਟ ਸਾਡੇ ਕੋਲ ਵੈਲਿਊ ਹੁੰਦੀ ਹੈ ਕਿ ਫੰਕਸ਼ਨ ਜਿਹੜਾ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਅਪਰੋਚ ਕਰ ਰਿਹਾ ਐਜ਼ x ਟੈਂਡਸ ਟੂ a। ਜਿਵੇਂ ਜਿਵੇਂ x a ਦੇ ਵੱਲ ਵੱਧ ਰਿਹਾ। ਨੰਬਰ ਲਾਈਨ ਦੇ ਉੱਪਰ ਮੈਂ ਸਮਝਾਇਆ ਸੀ ਤੁਹਾਨੂੰ ਕਿ ਸਾਡੇ ਕੋਲ ਸਪੋਜ਼ ਇਹ a ਹੈ ਅਤੇ ਇਹ ਸਾਡੇ ਕੋਲ x ਹੈ। x ਜਿਹੜਾ ਹੈ a ਦੇ ਵੱਲ ਵੱਧ ਰਿਹਾ। a ਦੀ ਵੈਲਿਊ ਸਪੋਜ਼ 3 ਦੇ ਰੱਖੀ ਰਜੇ, ਅਤੇ x ਜਿਹੜਾ ਹੈ ਉਹ ਮੰਨ ਲਓ ਵੱਧ ਰਿਹਾ, ਅਤੇ x ਦੀ ਵੈਲਿਊ 2.1 ਹੋਊਗੀ, 2.2 ਹੋਊਗੀ, 2.3 ਹੋਊਗੀ, ਹੈ ਨਾ। ਤਾਂ ਆਪਣੇ ਕੋਲ ਲਿਮਿਟ ਕੀ ਹੋਊਗੀ ਫੰਕਸ਼ਨ ਦੀ? ਲਿਮਿਟ ਕਹਿੰਦੇ ਆ ਆਪਾਂ ਲਿਮਿਟ ਨੂੰ x ਇਜ਼ ਅਪਰੋਚਿਸ ਟੂ 2 f(x) ਇਸ ਤਰ੍ਹਾਂ ਲਿਖਦੇ ਹਾਂ। ਤਾਂ ਕਹਿੰਦੇ ਰਾਜੇ ਲਿਮਿਟ ਕੀ ਹੈ? ਇਹ ਵੈਲਿਊ ਹੈ ਟੂ ਵਿਚ ਦਾ ਫੰਕਸ਼ਨ ਅਪਰੋਚਿਸ, ਵੀ ਫੰਕਸ਼ਨ ਕਿਹਦੀ ਤਰਫ ਵੱਧ ਰਿਹਾ ਜਦੋਂ x a ਦੀ ਤਰਫ ਵੱਧ ਰਿਹਾ। ਜਿਵੇਂ ਜਿਵੇਂ x ਚੇਂਜ ਹੋ ਰਿਹਾ ਫੰਕਸ਼ਨ ਚੇਂਜ ਹੋ ਰਿਹਾ। ਜਿਵੇਂ ਜਿਵੇਂ x a ਦੇ ਵੱਲ ਵੱਧ ਰਿਹਾ ਉਵੇਂ ਉਵੇਂ ਫੰਕਸ਼ਨ ਵੀ ਜਿਹੜਾ ਕਿਸੇ ਵੈਲਿਊ ਦੀ ਤਰਫ ਵੱਧ ਰਿਹਾ। ਤਾਂ ਉਹ ਉਹਦੀ ਕੀ ਹੋਵੇਗੀ? ਲਿਮਿਟ ਹੋਵੇਗੀ। ਇੱਕ ਟਾਈਮ 'ਤੇ ਆ ਕੇ ਅਸੀਂ ਕਹਾਂਗੇ ਵੀ ਜਿਹੜਾ x ਚੇਂਜ ਦੇ ਹੋਣ ਦੇ ਨਾਲ ਫੰਕਸ਼ਨ ਦੇ ਉੱਪਰ ਜਿਹੜਾ ਇਨਸਿਗਨੀਫੀਕੈਂਟ ਇਫੈਕਟ ਪੈਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਅਸੀਂ ਕਹਾਂਗੇ ਵੀ ਆਹ ਜਿਹੜੀ ਹੈ ਫੰਕਸ਼ਨ ਦੀ ਲਿਮਿਟ ਆ ਗਈ। ਇਹ ਪੂਰੇ ਦਾ ਪੂਰਾ ਕੰਸੈਪਟ ਜਿਹੜਾ ਮੈਂ ਪਹਿਲੀ ਲੈਕਚਰ ਦੇ ਵਿੱਚ ਸਮਝਾਇਆ ਸੀਗਾ। ਤਾਂ ਇਹ ਆਪਣੇ ਕੋਲ ਬੇਸਿਕ ਡਿਫਰੈਂਸ ਹੈ ਲਿਮਿਟ ਐਂਡ ਵੈਲਿਊ ਆਫ ਅ ਫੰਕਸ਼ਨ। ਹੁਣ ਰਾਜੀ ਅਸੀਂ ਨਾ ਐਗਜ਼ਾਮਪਲਸ ਕਰਾਂਗੇ। ਐਗਜ਼ਾਮਪਲ ਦੇ ਥਰੂ ਤੁਹਾਡਾ ਸਾਰਾ ਜਿਹੜਾ ਡਾਊਟ ਹੈ ਕਲੀਅਰ ਹੋ ਜਾਊਗਾ ਇਸ ਟੌਪਿਕ ਦੇ ਨਾਲ ਰਿਲੇਟਡ। 4 ਪੋਸੀਬਿਲਿਟੀਜ਼ ਨੇ, 4 ਤਰ੍ਹਾਂ ਦੇ ਜਿਹੜੇ ਆਪਣੇ ਕੋਲ ਸਿਨੈਰੀਓਜ਼ ਬਣ ਸਕਦੇ ਨੇ, ਕੇਸ ਬਣ ਸਕਦੇ ਨੇ। ਉਹਨਾਂ 4 ਕੇਸ ਨੂੰ ਆਪਾਂ ਵਿਦ ਐਗਜ਼ਾਮਪਲ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਟੋਟਲ 4 ਪੋਸੀਬਿਲਿਟੀਜ਼ ਨੇ ਜਿਸ ਨਾਲ ਅਸੀਂ ਡਿਫਰੈਂਸ਼ੀਏਟ ਕਰ ਪਾਵਾਂਗੇ ਫੰਕਸ਼ਨ ਦੀ ਵੈਲਿਊ ਨੂੰ ਅਤੇ ਫੰਕਸ਼ਨ ਦੀ ਲਿਮਿਟ ਨੂੰ। ਸਭ ਤੋਂ ਪਹਿਲਾਂ ਸਾਡੇ ਕੋਲ ਪੋਸੀਬਿਲਿਟੀ ਹੈ ਲਿਮਿਟ ਆਫ ਫੰਕਸ਼ਨ ਐਗਜ਼ਿਸਟ ਬਟ ਵੈਲਿਊ ਆਫ ਫੰਕਸ਼ਨ ਡਜ਼ ਨਾਟ ਐਗਜ਼ਿਸਟ। ਕਹਿੰਦਾ ਆਪਾਂ ਜਿਹੜਾ ਫੰਕਸ਼ਨ ਚੂਜ਼ ਕਰਾਂਗੇ ਉਹਦੀ ਵੈਲਿਊ ਜਿਹੜੀ ਹੈ ਐਗਜ਼ਿਸਟ ਨਹੀਂ ਕਰੂਗੀ, ਬਟ ਉਹਦੀ ਜਿਹੜੀ ਲਿਮਿਟ ਹੈ ਉਹ ਐਗਜ਼ਿਸਟ ਕਰੂਗੀ। ਤਾਂ ਇੱਥੋਂ ਸਾਨੂੰ ਪਤਾ ਚੱਲ ਜਾਂਦਾ ਕਿ ਦੋਨੇ ਡਿਫਰੈਂਟ ਟਰਮਸ ਨੇ। ਲਿਮਿਟ ਐਗਜ਼ਿਸਟ ਕਰ ਰਹੀ ਹੈ ਪਰ ਵੈਲਿਊ ਐਗਜ਼ਿਸਟ ਨਹੀਂ ਕਰ ਰਹੀ। ਇੱਥੋਂ ਹੀ ਕਲੀਅਰ ਹੋ ਜਾਂਦਾ ਕਿ ਦੋਨੇ ਅਲੱਗ-ਅਲੱਗ ਟਰਮਸ ਨੇ, ਸੇਮ ਨਹੀਂ ਹੈਗੀਆਂ। ਫਿਰ ਵੀ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਤਾਂ ਸਾਡੇ ਕੋਲ ਫੰਕਸ਼ਨ ਦੇ ਰੱਖਿਆ x² - 1 ਡਿਵਾਈਡਡ ਬਾਏ x - 1 ਫਾਰ x ਨਾਟ ਇਕੁਅਲ ਟੂ 1 ਦੇ। ਜੇ ਅਗਰ x 1 ਦੇ ਬਰਾਬਰ ਨਹੀਂ ਹੈ, ਸਾਨੂੰ ਕਿਹਾ ਗਿਆ ਵੀ ਫੰਕਸ਼ਨ x² - 1 ਅਪੋਨ x - 1 ਹੋਵੇਗਾ। ਜਦੋਂ ਵੈਲਿਊ ਫਾਈਂਡ ਆਊਟ ਕਰਨੀ ਹੈ, ਵੈਲਿਊ ਫਾਈਂਡ ਆਊਟ ਅਸੀਂ ਕਰਾਂਗੇ ਐਟ x = 1 ਤੇ। ਤਾਂ ਸਾਡੇ ਕੋਲ f(1) ਆ ਜਾਊਗਾ 1² - 1
अपॉन 1 माइनस 1 ये बन जू 0/0 फॉर्म। तो 0/0 फॉर्म के केस दे विच साडे कोल इनडिटरमिनेट फॉर्म आ जाती है, तो असी कहांगे भी जी वैल्यू है वो की होगी, नॉट एग्जिस्ट करूगी। इनडिटरमिनेट फॉर्म आ गई अपने कोल, तो वैल्यू की आ गई, नॉट एग्जिस्ट। हुण अगर असीं इहदी लिमिट फाइंड आउट करिए इस फंक्शन की, लिमिट x अप्रोचिज टू 1 f ऑफ x, फंक्शन सानू दे रखा है x² -1 डिवाइडेड बाय x -1। हुण लिमिट फाइंड आउट करनी है तो सब तो पहला ध्यान साडा फंक्शन वाला जाना चाहिए। ये फंक्शन रूल 2 नूं जिहड़ा ओबे करेगा, मतलब इस दे उपर रूल 2 लगावांगे, क्योंकि साडे कोल ना ही तो ये ग्रेटेस्ट इंटीजर फंक्शन है, ना ही साडे कोल मॉडुलस फंक्शन है, तो ना ही ये अपने कोल ब्रेकअप फंक्शन है। रूल 2 कहता सब तो पहला f ऑफ 1 फाइंड आउट कर लो, f ऑफ a फाइंड आउट कर लो, जिहड़ा कि साडे कोल 0/0 फॉर्म बना रहा है। जो साडे कोल 0/0 फॉर्म बन रही है तो असी की करांगे भी इहदी जिहड़ी लिमिट है वो इनडिटरमिनेंट फॉर्म दे विच आ गई, इनडिटरमिनेंट आ गई है ना। फिर आप इत्थे रूल किहड़ा अप्लाई कर सकते हैं, असी रूल अप्लाई कर सकते हैं फैक्टराइजेशन, असी इत्थे अप्लाई कर सकते हैं एल हॉस्पिटल रूल। तो लिमिट फाइंड आउट करने असी मान लो एल हॉस्पिटल रूल फाइंड अप्लाई करता, तो साडे कोल आ जू 2x/1 - 0, तो आंसर आ जू अपने कोल 2 आ गया। तो तुसीं देखोगे भी लिमिट एग्जिस्ट कर रही है रजे, जदों साडे कोल इनडिटरमिनेंट फॉर्म बन जाती है, जो असीं लिमिट फाइंड आउट कर रहे हैं, तो वह मतलब ये नहीं होंदा भी वो लिमिट नहीं कढ़ सकते। असीं लिमिट कढ़ सकते हैं, पर सानू उहदे लई डिफरेंट मैथड्स दिते हुए हैं, फैक्टराइजेशन, सबस्टिट्यूशन मैथड, रैशनलाइजेशन, एल हॉस्पिटल रूल, तो फिर साडे कोल कुछ प्रॉपर्टीज़ भी ने जो असीं नैक्सट लैक्चर दे विच पढ़ांगे। तो पर जदों साडे कोल वैल्यू की गल आउंदी है, वैल्यू दे विच अगर 0/0 फॉर्म बन जाए, इनफिनिटी फॉर्म बन जाए, 0 × इनफिनिटी फॉर्म बन जाए, ये सारियां इनडिटरमिनेंट फॉर्म ने, तो इनडिटरमिनेंट फॉर्म की जिहड़ी वैल्यू है वो एग्जिस्ट नहीं करती, लेकिन लिमिट एग्जिस्ट करती है। आ देखो तुहाडे सामने इनडिटरमिनेंट फॉर्म की जिहड़ी लिमिट है वो 2 आ गई। तो इस तरह असीं ध्यान रखना है वैल्यू फाइंड आउट करने वेले, लिमिट फाइंड आउट करने वेले। सैकेंड पॉसिबिलिटी साडे कोल है कि वैल्यू तो एग्जिस्ट करूगी बट लिमिट एग्जिस्ट नहीं करूगी। एग्जाम्पल के नाल समझते हैं किस तरह। फंक्शन सानू दे रखा है जे ग्रेटेस्ट इंटीजर फंक्शन ऑफ x एट x = 1 दे, जदों असी वैल्यू फाइंड आउट करांगे, वैल्यू फाइंड आउट करने लिए f ऑफ 1 साडे कोल बराबर होगा ग्रेटेस्ट इंटीजर ऑफ 1, जिसकी वैल्यू आंसर आ गया 1 आ गया। जदों असी लिमिट फाइंड आउट करनी है, लिमिट x अप्रोचिज टू 1 ग्रेटेस्ट इंटीजर ऑफ x, तो इत्थे असीं यूज़ करांगे रूल नंबर 1 नूं। सारे बच्चों ने रूल नंबर 1 आउंदा होना, लास्ट लैक्चर्स दे विच असीं डिस्कस कीता सी। तो लैफ्ट हैंड लिमिट पता करांगे, लैफ्ट हैंड लिमिट पता करने लिए जिहड़ी है जी असीं लिखांगे लिमिट, डायरैक्ट लिख रहा मैं h अप्रोचिज टू 0, इत्थे आ जाऊ अपने कोल 1 - h। तो जदों असीं राइट हैंड लिमिट पता करांगे, लिमिट h अप्रोचिज टू 0, इत्थे आ जू साडे कोल 1 + h। 1 - h का मतलब की है भी 1 दे विचों कुछ ना टर्म जिहड़ी है माइनस की गई है। नंबर लाइन के उत्ते समझते हैं, आ 1 है, ठीक है, आ 0 है, ये अपने कोल 2 है। जदों असीं 1 - h का ग्रेटेस्ट इंटीजर पता करना है, 1 - h का ग्रेटेस्ट इंटीजर पता करना है, उस टाइम दे विच सानू पता है कि 1 दे विचों कुछ माइनस किया होया। जदों 1 दे विचों थोड़ा जिहा भी कुछ माइनस करांगे तो जिहड़ी उहदी वैल्यू आऊगी वो इत्थे शिफ्ट हो जाऊगी 0 पॉइंट समथिंग के उपर। 1 दे विचों कुछ माइनस करो तो वो वैल्यू 0 पॉइंट समथिंग आ जूगी, तो 0 पॉइंट समथिंग ਇਹਦਾ मतलब असी 0 पॉइंट समथिंग का ग्रेटेस्ट इंटीजर पता करना है। 0 पॉइंट समथिंग का ग्रेटेस्ट इंटीजर की होगा, 0 ही होगा। तो ये आ गया अपने कोल 0। तो जदों असी इसकी गल करिए राइट हैंड लिमिट की, राइट हैंड लिमिट के हम सानू की दे रखा, कहते 1 दे विचों कुछ ऐड करता, मतलब 1 + समथिंग, 1 + समथिंग मतलब 0.999 कुछ ऐड करता, ये बन जो अपने कोल 1.999। जी 0.999 ये वैल्यू रजे, ये स्मॉल वैल्यू मैं सपोज करके चलिया, कुछ भी हो सकती है वैल्यू, पर स्मॉल होनी चाहिए है। जदों असी ऐड करता 1 दे विच कुछ, मतलब कोई भी वैल्यू ऐड करती, तो वो वैल्यू जी 1 ते 2 दे विच लाई करोगी, इत्थे हो सकती है, इत्थे हो सकती है, 2 ते बराबर नहीं हो सकती, 2 तो वड्डी नहीं हो सकती, है ना, क्योंकि वो थोड़ी वैल्यू है। तो 1 जिहड़ा जस्ट इधर ही जंप करूगा, थोड़ी दूरी ते जा सकता है, 2 ते नहीं पहुँच सकता, तो फिर वह ग्रेटेस्ट इंटीजर कितना आऊगा, 1 ही आऊगा। क्योंकि ये रजे असी हमेशा लैफ्ट हैंड साइड वाल जाने होंगे, तो जिहड़ा पहला इंटीजर सानू मिल जाए उही साडा ग्रेटेस्ट इंटीजर फंक्शन का वैल्यू होंदी है। हुण इत्थे साडे कोल लैफ्ट हैंड लिमिट ते राइट हैंड लिमिट की आ गई, नॉट इक्वल आ गई, तो ये करके जिहड़ी साडी लिमिट है वो एग्जिस्ट नहीं कर रही, लेकिन देखो वैल्यू जिहड़ी है वो एग्जिस्ट कर रही है। तो इत्थों सानू पता चलता है कि वैल्यू किसी भी फंक्शन की ते किसी भी फंक्शन की जिहड़ी लिमिट है ये दोने सेम टर्म नहीं होंदियां। थर्ड पॉसिबिलिटी है जिहदे विच लिमिट भी एग्जिस्ट कर रही है तो वैल्यू दोने एग्जिस्ट कर रहे हैं, बट लिमिट तो वैल्यू आर नॉट इक्वल। लिमिट हुण एग्जिस्ट करूगी, वैल्यू भी एग्जिस्ट करूगी, पर उन्होंने दोनों की जी वैल्यू है वो सेम नहीं आऊगी। कहने का मतलब f ऑफ a इज़ नॉट इक्वल टू लिमिट
x ਟੈਂਡਸ ਟੂ a f of x, ਕਹਿਣ ਦਾ ਮਤਲਬ ਇਹ ਹੈ। ਪਰ ਫੰਕਸ਼ਨ ਦੀ ਵੈਲਿਊ ਵੀ ਐਗਜ਼ਿਸਟ ਕਰ ਰਹੀ ਹੈ, ਫੰਕਸ਼ਨ ਦੀ ਲਿਮਿਟ ਵੀ ਐਗਜ਼ਿਸਟ ਕਰ ਰਹੀ ਹੈ, ਪਰ ਉਹ ਆਪਸ 'ਚ ਦੋਨੇ ਇਕੁਅਲ ਨਹੀਂ ਹੈਗੀਆਂ। ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਇਸ ਕੰਸੈਪਟ ਨੂੰ। ਐਗਜ਼ਾਮਪਲ ਨਾਲ ਤੁਹਾਡੀ ਨਾਲ ਤਾਂ ਰਾਜੇ ਰਿਵੀਜ਼ਨ ਹੋਈ ਜਾਂਦੀ ਹੈ ਰੂਲਸ ਦੀ, ਅਤੇ ਨਾਲੇ ਜਿਹੜਾ ਤੁਹਾਨੂੰ ਕੰਸੈਪਟ ਵੀ ਕਲੀਅਰ ਹੋ ਰਿਹਾ। ਅਤੇ ਇਸੇ ਲਈ ਮੈਂ ਰਾਜੇ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਤਾਂ ਕਿ ਤੁਹਾਨੂੰ ਸਮਝ ਆ ਜਾਏ, ਨਹੀਂ ਤਾਂ ਮੈਂ ਥਿਊਰੀ ਵੀ ਸਮਝਾ ਸਕਦਾ ਸੀ, ਇੱਦਾਂ ਮੈਂ ਪੜ੍ਹ ਕੇ ਤੁਹਾਨੂੰ ਸਿਰਫ ਦੱਸ ਦਿੰਦਾ। ਐਗਜ਼ਾਮਪਲਾਂ ਦੇ ਰਾਜੇ ਸਾਡੇ ਕੋਲ ਕਹਿੰਦੇ ਫੰਕਸ਼ਨ ਜੇ ਤੁਹਾਨੂੰ ਗਿਵਨ ਹੋਵੇ, ਇੱਦਾਂ ਬ੍ਰੇਕਅਪ ਫੰਕਸ਼ਨ ਦੇ ਰੱਖਿਆ ਸਾਨੂੰ x² - 1 ਡਿਵਾਈਡਡ ਬਾਏ x - 1, ਅਤੇ ਫॉर x not equal to 1, ਅਤੇ ਇੱਥੇ ਸਾਨੂੰ ਫੰਕਸ਼ਨ ਦੇ ਰੱਖਿਆ 1 for x is equal to 1 ਦੇ। ਇਸ ਕੇਸ ਦੇ ਵਿੱਚ ਕੀ ਹੈ ਰਾਜੇ, ਕਹਿੰਦੇ ਜਦੋਂ ਸਾਡਾ ਫੰਕਸ਼ਨ ਜਿਹੜਾ ਹੈ ਉਹਦੀ ਵੈਲਿਊ 1 ਹੈ, ਇੱਥੇ ਗਿਵਨ ਹੀ ਦੇ ਰੱਖੀ ਲਓ। ਫੰਕਸ਼ਨ ਜਿਹੜਾ ਹੈ ਜਦੋਂ ਅਸੀਂ x ਨੂੰ 1 ਪੁੱਟ ਕਰਦੇ ਹਾਂ ਤਾਂ ਫੰਕਸ਼ਨ ਕੀ ਆਜੂ 1 ਆਜੂ, ਤਾਂ ਵੈਲਿਊ ਜਦੋਂ ਫਾਈਂਡ ਆਊਟ ਕਰਾਂਗੇ ਫੰਕਸ਼ਨ ਦੀ ਐਟ x is equal to 1, ਉਹ ਕੀ ਆ ਜੂਗੀ f of 1, ਕਿਹਦੇ ਇਕੁਅਲ ਆ ਜੂਗੀ 1 ਦੇ। ਇਹ ਤਾਂ ਗਿਵਨ ਹੀ ਦੇ ਰੱਖੀ ਹੈ, ਤਾਂ ਇਹ ਤਾਂ ਐਗਜ਼ਿਸਟ ਕਰ ਗਈ ਜੀ ਆਪਣੇ ਕੋਲ ਵੈਲਿਊ ਹੈ ਨਾ ਫੰਕਸ਼ਨ ਦੀ। ਤੁਸੀਂ ਦੇਖੋ ਰਾਜੇ ਸਾਡੇ ਕੋਲ ਬ੍ਰੇਕਅਪ ਫੰਕਸ਼ਨ ਦੇ ਰੱਖਿਆ, ਬ੍ਰੇਕਅਪ ਫੰਕਸ਼ਨ ਦੇ ਵਿੱਚ ਸਾਨੂੰ 2 ਫੰਕਸ਼ਨ 'ਚ ਡਿਵਾਈਡ ਹੋ ਜਾਂਦਾ ਹੈ ਨਾ। ਬ੍ਰੇਕਅਪ ਦਾ ਮਤਲਬ ਹੀ ਹੁੰਦਾ ਟੁੱਟ ਜਾਣਾ, ਤਾਂ ਫੰਕਸ਼ਨ ਸਾਡਾ 2 ਜਿਹੜੇ ਆ ਉਹ ਫੰਕਸ਼ਨਸ 'ਚ ਟੁੱਟ ਗਿਆ। ਪਹਿਲਾ ਫੰਕਸ਼ਨ ਹੈ ਜਿੱਥੇ x not equal to 1 ਹੈ, ਅਤੇ ਫੰਕਸ਼ਨ ਦੇ ਰੱਖਿਆ x² - 1 ਡਿਵਾਈਡਡ ਬਾਏ x - 1। ਦੂਜਾ ਫੰਕਸ਼ਨ ਸਾਨੂੰ ਦੇ ਰੱਖਿਆ ਜਿਹੜਾ ਬ੍ਰੇਕ ਹੋਇਆ ਵਾ, ਕਹਿੰਦੇ ਫਾਰ x is equal to 1 ਵੈਲਿਊ ਆਫ ਫੰਕਸ਼ਨ ਇਜ਼ 1। ਕਹਿੰਦਾ ਜਦੋਂ ਅਸੀਂ x ਦੀ ਜਗ੍ਹਾ 'ਤੇ 1 ਪੁੱਟ ਕਰੋਗੇ ਫੰਕਸ਼ਨ ਦੇ ਵਿੱਚ, ਤਾਂ ਤੁਹਾਡੇ ਕੋਲ ਵੈਲਿਊ ਕਿੰਨੀ ਆ ਜੂਗੀ 1 ਆ ਜੂਗੀ। ਕਹਿਣ ਦਾ ਮਤਲਬ ਐਗਜ਼ਿਸਟ ਕਰ ਗਈ ਵੈਲਿਊ ਹੈ ਨਾ। ਹੁਣ ਅਸੀਂ ਅਗਰ ਲਿਮਿਟ ਪਤਾ ਕਰਨੀ ਹੋਵੇ ਤਾਂ ਲਿਮਿਟ ਆ ਜੂ x ਅਪਰੋਚਿਸ ਟੂ 1 f of x। ਜਦੋਂ x 1 ਨੂੰ ਅਪਰੋਚ ਕਰ ਰਿਹਾ, ਇਹ ਆਪਣੇ ਕੋਲ 1 ਹੈ, ਇਹ ਆਪਣੇ ਕੋਲ x ਹੈ, x 1 ਨੂੰ ਅਪਰੋਚ ਕਰ ਰਿਹਾ, ਕਿ ਇਸ ਕੇਸ ਦੇ ਵਿੱਚ 1 ਦੇ ਇਕੁਅਲ ਹੋਊਗਾ x? ਨਹੀਂ ਹੋਊਗਾ। ਤਾਂ ਆਪਣੇ ਕੋਲ ਕਿਹੜਾ ਫੰਕਸ਼ਨ ਆਊਗਾ? ਉੱਪਰ ਵਾਲਾ ਫੰਕਸ਼ਨ ਆਊਗਾ। ਤਾਂ ਇੱਥੇ f of x ਦੀ ਜਗ੍ਹਾ ਅਸੀਂ ਕੀ ਲਿਖਾਂਗੇ x² - 1 x - 1। ਅਤੇ ਜਦੋਂ ਅਸੀਂ ਇਸ ਨੂੰ ਸੋਲਵ ਕਰਾਂਗੇ ਤਾਂ ਸਾਨੂੰ ਪਤਾ ਹੈ ਕਿ ਰੂਲ ਨੰਬਰ 2 ਅਪਲਾਈ ਹੋਊਗਾ। ਰੂਲ ਨੰਬਰ 2 ਕੀ ਕਹਿੰਦਾ ਕਿ ਫੰਕਸ਼ਨ ਦੀ ਜਿਹੜੀ x ਦੀ ਜਗ੍ਹਾ 'ਤੇ ਕੀ ਪੁੱਟ ਕਰ ਦਿਓ, a ਦੀ ਵੈਲਿਊ ਪੁੱਟ ਕਰ ਦਿਓ, ਅਤੇ x ਦੀ ਜਗ੍ਹਾ ਤੋਂ ਅਸੀਂ a ਪੁੱਟ ਕਰਾਂਗੇ, ਜੋ ਉਹਦੀ ਵੈਲਿਊ ਆਊਗੀ ਫੰਕਸ਼ਨ ਦੀ ਉਹੀ ਲਿਮਿਟ ਦੇ ਬਰਾਬਰ ਹੋਊਗੀ। ਇਹ ਰੂਲ 2 ਕਹਿੰਦਾ। ਤਾਂ ਰੂਲ 2 ਸਾਰਿਆਂ ਨੇ ਪੜ੍ਹਿਆ ਹੋਣਾ ਗਾ। ਤਾਂ ਆਪਣੇ ਕੋਲ ਕਿੰਨਾ ਰਾਜੇ ਆ ਗਿਆ? ਉਹ ਆ ਗਿਆ 0/0 ਫਾਰਮ ਬਣ ਗਈ, ਇਨਡਿਟਰਮੀਨੇਟ ਫਾਰਮ ਬਣ ਗਈ ਜਦੋਂ ਅਸੀਂ ਰੂਲ 2 ਨੂੰ ਅਪਲਾਈ ਕੀਤਾ। ਹੁਣ ਜਦੋਂ 0/0 ਫਾਰਮ ਬਣ ਗਈ ਤਾਂ ਫਿਰ ਅਸੀਂ ਯੂਜ਼ ਕਿਹਨੂੰ ਕਰਾਂਗੇ? ਐਲ ਹੌਸਪੀਟਲ ਰੂਲ ਨੂੰ। ਉਹ ਆ ਜੂ ਆਪਣੇ ਕੋਲ 2x/1। ਤਾਂ ਆਨਸਰ ਕਿੰਨਾ ਆ ਗਿਆ? ਆਪਣੇ ਕੋਲ 2 ਆ ਗਿਆ। ਤਾਂ ਲਿਮਿਟ ਵੀ ਐਗਜ਼ਿਸਟ ਕਰ ਗਈ, ਦੇਖੋ ਲਿਮਿਟ ਵੀ ਐਗਜ਼ਿਸਟ ਕਰ ਗਈ। ਲਿਮਿਟ ਕਿੰਨੀ ਆ ਗਈ? ਆਪਣੇ ਕੋਲ 2 ਆ ਗਈ। ਵੈਲਿਊ ਵੀ ਐਗਜ਼ਿਸਟ ਕਰ ਗਈ, ਵੈਲਿਊ ਕਿੰਨੀ ਆ ਗਈ? 1 ਆ ਗਈ। ਲੇਕਿਨ ਦੋਨੇ ਕੀ ਨੇ? ਆਪਣੇ ਕੋਲ ਡਿਫਰੈਂਟ ਨੇ। ਤਾਂ ਇਸ ਕੇਸ ਦੇ ਵਿੱਚ ਰਾਜੇ ਇੱਦਾਂ ਵੀ ਪੋਸੀਬਲ ਹੈ ਕਿ ਲਿਮਿਟ ਅਤੇ ਵੈਲਿਊ ਜਿਹੜੀਆਂ ਦੋਨੇ ਐਗਜ਼ਿਸਟ ਕਰ ਜਾਣ, ਪਰ ਉਹ ਦੋਨੇ ਇਕੁਅਲ ਨਾ ਹੋਣ। ਫੋਰਥ ਜਿਹੜੀ ਸਾਡੇ ਕੋਲ ਪੋਸੀਬਿਲਿਟੀ ਹੈ, ਉਹੀ ਮੈਨੂੰ ਲੱਗਦਾ ਕਨਫਿਊਜ਼ਨ ਦਾ ਕਾਰਨ ਹੈ। ਉਸ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਲਿਮਿਟ ਅਤੇ ਵੈਲਿਊ ਦੋਨੇ ਐਗਜ਼ਿਸਟ ਵੀ ਕਰ ਰਹੇ ਨੇ ਅਤੇ ਦੋਨੇ ਇਕੁਅਲ ਵੀ ਨੇ। ਮੈਨੂੰ ਲੱਗਦਾ ਬੱਚੇ ਜਿਹੜੇ ਨੇ ਫੋਰਥ ਪੋਸੀਬਿਲਿਟੀ ਜ਼ਿਆਦਾ ਪੜ੍ਹਦੇ ਨੇ, ਅਤੇ ਬਾਕੀ ਜਿਹੜੀ 3 ਪੋਸੀਬਿਲਿਟੀਆਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਫੰਕਸ਼ਨ ਦੀ ਲਿਮਿਟ ਅਤੇ ਫੰਕਸ਼ਨ ਦੀ ਵੈਲਿਊ ਦੋਨੇ ਡਿਫਰੈਂਟ ਟਰਮਸ ਨੇ, ਉਹ ਪੜ੍ਹਦੇ ਨਹੀਂ। ਤਾਂ ਫੋਰਥ ਜਿਹੜੀ ਪੋਸੀਬਿਲਿਟੀ ਹੈ ਰਾਜੇ, ਉਹਨੂੰ ਪ੍ਰੂਵ ਕਰਨ ਲਈ ਅਸੀਂ ਐਗਜ਼ਾਮਪਲ ਚੂਜ਼ ਕਰਾਂਗੇ। f of x ਸਾਡੇ ਕੋਲ ਬਰਾਬਰ ਹੈ x² ਦੇ ਐਟ x is equal to 1 ਦੇ। ਇਹ ਸਾਡੇ ਕੋਲ ਮੰਨ ਲਓ ਫੰਕਸ਼ਨ ਦੇ ਰੱਖਿਆ। ਅਗਰ ਅਸੀਂ ਇਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਸਾਨੂੰ ਪਤਾ ਡਾਇਰੈਕਟ ਅਸੀਂ x ਦੀ ਜਗ੍ਹਾ 'ਤੇ 1 ਸਬਸਟੀਟਿਊਟ ਕਰ ਦਾਂਗੇ, ਤਾਂ ਸਾਡੇ ਕੋਲ ਆ ਜਾਊਗਾ f of 1 ਬਰਾਬਰ ਹੈ 1 ਦੇ। ਕਹਿੰਦਾ ਮਤਲਬ ਫੰਕਸ਼ਨ ਦੀ ਜਿਹੜੀ ਵੈਲਿਊ ਸਾਡੇ ਕੋਲ ਕਿੰਨੀ ਆ ਜੂ? 1 ਆ ਜੂ। ਅਤੇ ਜੇ ਅਗਰ ਅਸੀਂ ਲਿਮਿਟ ਫਾਈਂਡ ਆਊਟ ਕਰਨੀ ਹੈ ਫੰਕਸ਼ਨ ਦੀ, ਤਾਂ ਉਹ ਆ ਜੂ ਲਿਮਿਟ x ਅਪਰੋਚਿਸ ਟੂ 1 f of x, ਜਿਸ ਨੂੰ ਅਸੀਂ x² ਸਪੋਜ਼ ਕੀਤਾ, ਅਤੇ ਰੂਲ 2 ਦੇ ਅਕੋਰਡਿੰਗ ਆਪਣੇ ਕੋਲ ਲਿਮਿਟ ਜਿਹੜੀ ਆ ਜੂ ਫੰਕਸ਼ਨ ਦੀ ਉਹ ਵੀ 1 ਆ ਜੂ। ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਰਾਜੇ ਦੋਨੇ ਜਿਹੜੇ ਨੇ ਉਹ ਸੇਮ ਨੇ ਅਤੇ ਦੋਨੇ ਹੀ ਐਗਜ਼ਿਸਟ ਕਰ ਰਹੇ ਨੇ। ਤਾਂ ਇਹ ਸਾਡੇ ਕੋਲ ਸੀਗੀਆਂ ਰਾਜੇ ਅੱਜ ਦੀਆਂ 4 ਪੋਸੀਬਿਲਿਟੀਜ਼। ਇਹ ਸੀ ਸਾਡਾ ਕੰਸੈਪਟ ਵੀ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਫੰਕਸ਼ਨ ਦੀ ਲਿਮਿਟ ਹੈ, ਫੰਕਸ਼ਨ ਦੀ ਜਿਹੜੀ ਵੈਲਿਊ ਹੈ, ਦੋਨੇ ਅਲੱਗ-ਅਲੱਗ ਟਰਮਸ ਨੇ, ਇਹਨਾਂ ਨੂੰ ਮਿਕਸ ਨਾ ਕਰੋ। ਇਹ 4 ਪੋਸੀਬਿਲਿਟੀਜ਼ ਦੇ ਥਰੂ ਅਸੀਂ ਜਿਹੜਾ ਇਸ ਕੰਸੈਪਟ ਨੂੰ ਸਮਝਿਆ, ਅਤੇ ਸਾਡੀ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਅਸੀਂ ਕਲੀਅਰ ਕੀਤਾ। ਫਿਰ ਵੀ ਤੁਹਾਡਾ ਕੋਈ ਡਾਊਟ ਹੋਵੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਬਹੁਤ ਸਾਰੇ MCQs ਅਤੇ ਉਹਨਾਂ ਦੇ ਨਾਲ ਰਿਲੇਟਡ ਸਟੈਂਡਰਡ ਜਿਹੜੇ ਰਿਜ਼ਲਟਸ ਨੇ ਉਹਨਾਂ ਨੂੰ। ਧੰਨਵਾਦ।